ਰੱਬ ਦੀ ਰਜ਼ਾ ਦਾ ਕਰਦੇ, ਉਹਦੀ ਰਜ਼ਾ ਦੇ ਵਿੱਚ ਚੱਲਦੇ ਆ। ਇੱਕ ਮਨੁੱਖ ਉਹ ਹੁੰਦੇ ਜਿਹੜੇ ਕੇਵਲ ਚਿੰਤਾ ਹੀ ਕਰਦੇ ਆ, ਜਿਨ੍ਹਾਂ ਦੇ ਅੰਦਰ ਕੇਵਲ ਚਿੰਤਾ ਹੈ। ਤੇ ਹਜ਼ੂਰ ਨੇ ਗੁਰਬਾਣੀ ਦੇ ਅੰਦਰ ਬਾਰ-ਬਾਰ ਮਨੁੱਖ ਨੂੰ ਸਮਝਾਇਆ ਕਿ ਮਨੁੱਖ ਦੁਖੀ ਵੀ ਚਿੰਤਾ ਦੇ ਕਾਰਨ ਹੀ ਹੈ। ਤੇ ਹਜ਼ੂਰ ਨੇ ਕਿਹਾ, ਚਿੰਤਾ ਤਾਂ ਕੀ ਕੀਜੀ ਹੈ, ਜੋ ਅਨਹੋਣੀ ਹੋਏ ਇਹ ਮਾਰਗ ਸੰਸਾਰ ਕੋ, ਨਾਨਕ ਥਿਰ ਨਹੀਂ ਕੋਈ। ਚਿੰਤਾ ਉਸ ਕੰਮ ਦੀ ਕਰ ਜਿਹੜੀ ਤੇਰੇ ਇਕੱਲੇ ਨਾਲ ਵਾਪਰ ਰਹੀ ਹੈ, ਦੁਨੀਆ ਦੇ ਵਿੱਚ ਕਿਸੇ ਹੋਰ ਨਾਲ ਨਹੀਂ ਵਾਪਰੀ। ਜੇ ਤੂੰ ਕਵੇਂ ਕਿ ਮੌਤ ਮੌਤ ਹਰ ਘਰ ਦੇ ਵਿੱਚੋਂ ਹੋ ਕੇ ਆਉਂਦੀ ਹੈ, ਇਹ ਤੇਰੇ ਘਰ ਦੇ ਵਿੱਚ ਇਕੱਲੇ ਦੇ ਨਹੀਂ। ਤੇ ਹਜ਼ੂਰ ਨੇ ਕਿਹਾ, ਨਾ ਕਰ ਚਿੰਤ ਚਿੰਤਾ ਹੈ ਕਰਤੇ, ਹਰ ਦੇਵ ਹੈ ਜਲ ਥਲ ਜਨਤਾ ਸਭ ਤੇ। ਉਹ ਹਰ ਜਗ੍ਹਾ ਦੇ ਉੱਪਰ ਜਨਤਾ ਨੂੰ ਉਹ ਰਿਜ਼ਕ ਦੇਣ ਵਾਲਾ ਹੈ, ਇਸ ਕਰਕੇ ਤੂੰ ਚਿੰਤਾ ਨਾ ਕਰ, ਕਿਉਂਕਿ ਚਿੰਤਾ ਕਰਨ ਵਾਲਾ ਉਹ ਪਰਮਾਤਮਾ ਹੈ। ਜਿਨ ਪੈਦਾਇਸ਼ ਤੂੰ ਕੀਆ ਸੋਈ ਦੇ ਆਧਾਰ, ਜਿਹਨੇ ਪੈਦਾ ਕੀਤਾ ਹੈ ਉਹ ਮਾਲਕ ਰੋਜੀ ਵੀ ਦੇਵੇਗਾ। ਬਾਬਾ ਕਬੀਰ ਸਾਹਿਬ ਦੇ ਜੀਵਨ ਦੇ ਅੰਦਰ, ਉਹਨਾਂ ਦੀ ਆਪਣੀ ਗੁਰਬਾਣੀ ਦੇ ਅੰਦਰ, ਗੁਜਰੀ ਰਾਗ ਦੇ ਅੰਦਰ ਬਾਬਾ ਕਬੀਰ ਸਾਹਿਬ ਦਾ ਇੱਕ ਪਾਵਨ ਸ਼ਬਦ ਆਉਂਦਾ ਹੈ ਕਿ ਕਬੀਰ ਸਾਹਿਬ ਦੀ ਮਾਤਾ ਹਮੇਸ਼ਾ ਕਬੀਰ ਸਾਹਿਬ ਦੇ ਬਾਰੇ ਸੋਚਦੀ ਹੈ। ਤੇ ਕਈ ਵਾਰੀ ਮਨ ਦੇ ਵਿੱਚ ਖਿਆਲਾਤ ਵੀ ਆਉਂਦੇ ਕਿ ਮੇਰੇ ਪੁੱਤ ਦਾ ਗੁਜ਼ਾਰਾ ਕਿਵੇਂ ਹੋਵੇਗਾ, ਕਿਉਂਕਿ ਉਹਨਾਂ ਕੁ ਕਮਾਉਂਦਾ ਏ ਜਿਹਦੇ ਨਾਲ ਇੱਕ ਦਿਨ ਦਾ ਗੁਜ਼ਾਰਾ ਹੋ ਸਕੇ। ਕਦੇ ਜਮ੍ਹਾਂ ਕਰਨ ਦਾ ਇਹਦੇ ਮਨ ਦੇ ਵਿੱਚ ਇਹ ਨਹੀਂ ਆਇਆ ਵੀ ਮੈਂ ਕੁਝ ਜੋੜ ਵੀ ਲਵਾਂ। ਬੱਚੇ ਜਵਾਨ ਹੋ ਰਹੇ ਨੇ, ਬੱਚੇ ਵੱਡੇ ਹੋ ਰਹੇ ਨੇ, ਹਰ ਘਰ ਦੇ ਅੰਦਰ ਇੱਕ ਇਹ ਚਿੰਤਾ ਹੁੰਦੀ ਹੈ ਕਿ ਵੇਖੋ ਜੀ ਬੱਚੇ ਆਪਣੇ ਵੱਡੇ ਹੋ ਰਹੇ, ਆਪਾਂ ਬੱਚਿਆਂ ਦੀ ਕੋਈ ਚਿੰਤਾ ਨਹੀਂ ਕਰਦੇ, ਬੱਚਿਆਂ ਦੇ ਵਾਸਤੇ ਕੁਝ ਜੋੜਿਆ ਨਹੀਂ, ਬੱਚਿਆਂ ਦਾ ਕਿਵੇਂ ਸਰੇਗਾ। ਤੇ ਕਬੀਰ ਸਾਹਿਬ ਦੀ ਮਾਈ ਵੀ ਜਿਹੜੀ ਹੈ ਉਹ ਵੀ ਹਰ ਵੇਲੇ ਇਸ ਗੱਲ ਦੀ ਚਿੰਤਾ ਦੇ ਵਿੱਚ ਹੈ ਕਿ ਕਬੀਰ ਜਿਹੜਾ ਵਾ, ਭਾਵੇਂ ਕਿ ਉਹਨਾਂ ਦਾ ਕੰਮ ਹੈ ਤਾਣੀ ਬੁਣਨਾ, ਪਰ ਓਨੀ ਕੁ ਬੁਣਦੇ ਆ ਜਿਹਦੇ ਨਾਲ ਇੱਕ ਦਿਨ ਦਾ ਗੁਜ਼ਾਰਾ ਹੋ ਸਕੇ। ਕਬੀਰ ਸਾਹਿਬ ਦੇ ਆਪਣੇ ਪਾਵਨ ਬੋਲ ਹੈ, ਮੁਸ ਮੁਸ ਰੋਵੇ ਕਬੀਰ ਕੀ ਮਾਈ, ਇਹ ਬਾਰਕ ਕੈਸੇ ਜੀਵੇ ਰਘੁਰਾਈ। ਕਬੀਰ ਦੀ ਮਾਤਾ ਦੀਆਂ ਅੱਖਾਂ ਦੇ ਵਿੱਚੋਂ ਹਰ ਵੇਲੇ ਹੰਝੂ ਨਿਕਲਦੇ ਹੈ, ਹਰ ਵੇਲੇ ਹੌਂਕੇ ਭਰਦੀ ਹੈ ਕਿ ਮੇਰੇ ਪੁੱਤ ਦਾ ਗੁਜ਼ਾਰਾ ਕਿਵੇਂ ਹੋਵੇਗਾ। ਹਰ ਮਾਂ ਸੋਚਦੀ ਇਹ ਗੱਲ, ਜਿਹਦਾ ਪੁੱਤ ਥੋੜ੍ਹੀ ਜਿਹੀ ਕਮਾਈ ਘੱਟ ਕਰਦਾ ਹੋਵੇ ਨਾ, ਜਾਂ ਕਿਸੇ ਨੌਕਰੀ 'ਤੇ ਨਾ ਹੋਵੇ, ਜਾਂ ਤਨਖਾਹ ਬੜੀ ਘੱਟ ਹੋਵੇ, ਹਰ ਮਾਂ ਨੂੰ ਇਹ ਗੱਲ ਦੀ ਚਿੰਤਾ ਹੁੰਦੀ ਹੈ ਵੀ ਮੇਰੇ ਪੁੱਤ ਦਾ ਗੁਜ਼ਾਰਾ ਕਿਵੇਂ ਹੋਵੇਗਾ, ਮੇਰੇ ਪੁੱਤ ਦਾ ਸਮਾਂ ਕਿਵੇਂ ਲੰਘੇਗਾ। ਜਿਹੜਾ ਤੇ ਪੁੱਤ ਚੰਗਾ ਕਾਮਯਾਬ ਹੈ, ਚੰਗੇ ਪੈਸੇ ਹੈ ਉਹਦੇ ਕੋਲ, ਉਹਦੀ ਚਿੰਤਾ ਨਹੀਂ ਹੁੰਦੀ ਵੀ ਮੈਨੂੰ ਉਹਦਾ ਤੇ ਫਿਕਰ ਨਹੀਂ, ਉਹਦੇ ਕੋਲ ਤੇ 4 ਪੈਸੇ ਹੈਗੇ ਆ। ਪਰ ਇਸ ਪੁੱਤ ਦਾ ਫਿਕਰ ਹੈ, ਇਹਦੇ ਕੋਲ ਨੌਕਰੀ ਚਾਕਰੀ ਵੀ ਕੋਈ ਨਹੀਂ, ਪੈਸੇ ਵੀ ਬੜੇ ਘੱਟ ਹੈ, ਪਰਿਵਾਰ ਵੱਡਾ ਹੈ, ਕਿਵੇਂ ਗੁਜ਼ਾਰਾ ਹੋਵੇਗਾ। ਤੇ ਕਬੀਰ ਸਾਹਿਬ ਕਹਿੰਦੇ, ਮੁਸ ਮੁਸ ਰੋਵੇ ਕਬੀਰ ਕੀ ਮਾਈ। ਹੁਣ ਕਬੀਰ ਦੀ ਮਾਤਾ ਵੀ ਰੋਂਦੀ ਹੈ, ਅੱਖਾਂ ਦੇ ਵਿੱਚੋਂ ਹੰਝੂ ਹੈ। ਇਹ ਬਾਰਕ ਕੀ ਕੈਸੇ ਜੀਵੇ ਰਘੁਰਾਈ, ਇੱਕ ਬਾਲਕ ਦਾ ਕਿਵੇਂ ਗੁਜ਼ਾਰਾ ਹੋਵੇਗਾ। ਉਹ ਹਮੇਸ਼ਾ ਮਨ ਦੇ ਅੰਦਰ ਸੋਚਦੀ ਹੈ, ਤਨਨਾ ਬੁਨਨਾ ਸਭ ਤਜਿਓ ਹੈ ਕਬੀਰ, ਹਰ ਕਾ ਨਾਮ ਲਿਖ ਲਿਓ ਸਰੀਰ। ਕਿਉਂਕਿ ਕਬੀਰ ਬਸ ਉਹਨਾਂ ਕੀ ਤਣਦਾ ਏ ਜਿਹਦੇ ਨਾਲ ਕਿਵੇਂ ਗੁਜ਼ਾਰਾ ਹੋਵੇ, ਤੇ ਬਸ ਮੁੜ ਕੇ ਤਾਨਾ ਬਾਨਾ ਛੱਡ ਦਿੰਦਾ ਏ। ਕੇਵਲ ਹਰੀ ਪਰਮਾਤਮਾ ਦਾ ਨਾਮ ਹਰ ਵੇਲੇ ਇਹ ਜਪਦਾ ਰਹਿੰਦਾ ਹੈ, ਹਰ ਵੇਲੇ ਰੱਬ ਦੀ ਰਜ਼ਾ ਦੇ ਵਿੱਚ ਜੁੜਿਆ ਰਹਿੰਦਾ ਹੈ। ਤੇ ਕਈ ਵਾਰੀ ਕਬੀਰ ਸਾਹਿਬ ਨੂੰ ਮਾਂ ਨੇ ਕਹਿਣਾ ਵੀ ਪੁੱਤ ਤੇਰੇ ਵੱਲ ਵੇਖ ਕੇ ਚਿੰਤਾ ਹੋ ਰਹੀ ਹੈ, ਬੱਚੇ ਵੀ ਤੇਰੇ ਜਿੱਡੇ ਹੋ ਗਏ ਹੈ, ਤੇ ਇਹਨਾਂ ਬੱਚਿਆਂ ਦਾ ਇੱਕ ਧੀ ਹੈ ਇੱਕ ਪੁੱਤ ਹੈ, ਕੱਲ੍ਹ ਨੂੰ ਧੀ ਵਿਆਹੁਣੀ ਵੀ ਹੈ, ਤੇ ਕਿਵੇਂ ਗੁਜ਼ਾਰਾ ਹੋਵੇਗਾ। ਤੂੰ ਤਾਣੀ ਆਪਣੇ ਸ਼ਰੀਕ ਜਿਹੜੇ ਆ ਵੇਖ ਕਿਵੇਂ ਕੰਮ ਕਰਦੇ, ਸਾਰਾ ਟੱਬਰ ਉਹ ਤਾਣੀਆਂ ਬੁਣ ਕੇ ਉਹਨਾਂ ਨੇ ਪੈਸੇ ਵੀ ਜਮ੍ਹਾਂ ਕੀਤੇ ਹੈ, ਤੇ ਤੂੰ ਉਹਨਾਂ ਕੀ ਬੁਣਦਾ ਜਿਹਦੇ ਨਾਲ ਇੱਕ ਦਿਨ ਦੀ ਰੋਟੀ ਚੱਲ ਸਕੇ। ਤੈਨੂੰ ਕਦੇ ਚਿੰਤਾ ਨਹੀਂ ਆਪਣੇ ਬੱਚਿਆਂ ਦੀ, ਆਪਣੇ ਬੱਚਿਆਂ ਦੇ ਭਵਿੱਖ ਬਾਰੇ ਨਹੀਂ ਸੋਚਦਾ। ਕਿੰਨਾ ਘਾਟਾ ਪੈ ਰਿਹਾ ਰੋਜ਼ ਦਾ। ਜੇ ਤੂੰ ਲਗਾਤਾਰ ਕੰਮ ਕਰੇ, ਸਵੇਰ ਤੋਂ ਲੈ ਕੇ ਸ਼ਾਮ ਤੱਕ ਤਾਣੀ ਬੁਣੇ, ਤੇ 4 ਪੈਸੇ ਆਪਣੇ ਘਰ ਵੀ ਜੁੜ ਸਕਦੇ ਹੈ। ਹੁਣ ਕਬੀਰ ਸਾਹਿਬ ਨੇ ਅੱਗੋਂ ਕੀ ਜਵਾਬ ਦਿੱਤਾ ਏ, ਕਹਿ ਲੱਗੇ, ਮਾਤਾ ਜੀ ਮੈਂ ਉਹ ਕੰਮ ਨਹੀਂ ਕਰਦਾ ਜਿਸ ਕੰਮ ਦੇ ਵਿੱਚ ਘਾਟਾ ਪੈਂਦਾ ਹੋਵੇ। ਮਾਂ ਕਹਿੰਦੀ ਹੱਦ ਹੋ ਗਈ ਹੈ, ਆਪਣੇ ਸ਼ਰੀਕਾ ਭਾਈਚਾਰਾ ਵੀ ਤੇ ਉਹੀ ਕੰਮ ਕਰਦਾ ਏ। ਦੇਖ ਉਹਨਾਂ ਨੇ ਵਧੀਆ ਮਕਾਨ ਪਾਏ ਹੈ, ਵਧੀਆ ਰੋਟੀ ਖਾਂਦੇ ਹੈ, ਵਧੀਆ ਕੱਪੜੇ ਪਾਉਂਦੇ ਹੈ, ਆਪਣੇ ਨੂੰ ਵਧੀਆ ਗੁਜ਼ਾਰਾ ਏ, ਇਸ ਕੰਮ ਦੇ ਵਿੱਚ ਘਾਟਾ ਕਿਵੇਂ ਹੈ। ਹੁਣ ਵੇਖੋ ਭਗਤਾਂ ਦੀਆਂ ਨਜ਼ਰਾਂ ਦੇ ਵਿੱਚ ਘਾਟਾ ਕਾਹਦਾ ਹੈ।
ਅਸੀਂ ਹਮੇਸ਼ਾ ਦੁਨੀਆਦਾਰੀ ਦਾ ਉਹ ਕੰਮ ਦੇਖਦੇ ਜਿਹਦੇ ਵਿੱਚ ਨਫਾ ਹੋਵੇ, ਜਿਹਦੇ ਵਿੱਚ 4 ਪੈਸੇ ਬਚਦੇ ਹੋਣ। ਤੇ ਕਬੀਰ ਸਾਹਿਬ ਦੀ ਜਿਹੜੇ ਰੱਬ ਦੀ ਬੰਦਗੀ ਕਰਨ ਵਾਲੇ ਹੈ, ਉਹਨਾਂ ਗੁਰਮੁਖਾਂ ਦੀ ਨਜ਼ਰ ਦੇ ਵਿੱਚ ਕਿਹੜੀ ਚੀਜ਼ ਦਾ ਘਾਟਾ ਹੈ? ਕਬੀਰ ਸਾਹਿਬ ਕਹਿੰਦੇ ਮਾਂ ਇਸ ਕੰਮ ਵਿੱਚ ਘਾਟਾ ਬੜਾ, ਤਾਂ ਕਰਕੇ ਮੈਂ ਕੇਵਲ ਓਨਾ ਕੁ ਗੁਜ਼ਾਰਾ ਜਿਹੜਾ ਕੰਮ ਕਰਦਾ ਜਿੰਨੇ ਕੁ ਦਿਨ ਨਾਲ ਘਰ ਦਾ ਗੁਜ਼ਾਰਾ ਹੋ ਸਕੇ, ਕਿਉਂਕਿ ਇਸ ਕੰਮ ਦੇ ਵਿੱਚ ਰੋਜ਼ਾਨਾ ਮੈਨੂੰ ਬਹੁਤ ਘਾਟਾ ਪੈ ਰਿਹਾ ਹੈ। ਮਾਂ ਹੈਰਾਨ ਹੈ, ਪੁੱਤ ਸਰੀਕਾ ਬਰਾਦਰੀ ਦੇਖ ਆਪਣੇ ਨੂੰ ਕਿੰਨਾ ਅੱਗੇ ਲੰਘ ਗਿਆ, ਉਹ ਵੀ ਤੇ ਇਹੀ ਕੰਮ ਕਰਦੇ, ਘਾਟਾ ਕਿਹੜੀ ਗੱਲ ਦਾ ਹੈ? ਕੀ ਤੈਨੂੰ ਪੂਰਾ ਮੁੱਲ ਨਹੀਂ ਮਿਲਦਾ? ਕਹਿਣ ਲੱਗੇ ਨਹੀਂ ਮਾਂ ਗੱਲ ਇਹ ਨਹੀਂ। ਕਹਿਣ ਲੱਗੀ ਫਿਰ ਘਾਟਾ ਕਿਹੜਾ ਹੈ? ਕਹਿਣ ਲੱਗੇ ਘਾਟਾ ਇਸ ਗੱਲ ਦਾ, ਜਬ ਲਗ ਧਾਗਾ ਬਾਹੋ ਬੇਹੀ, ਤਬ ਲਗ ਬਿਸਰੈ ਰਾਮ ਸਨੇਹੀ। ਜਿਹੜੀ ਉਹ ਤਾਣੀ ਬੁਣਦੇ ਆ ਨਾ, ਜਿਨ੍ਹਾਂ ਨੇ ਕਿਤੇ ਉਹ ਪੁਰਾਣੀਆਂ ਤਾਣੀਆਂ ਕਿਤੇ ਬੁਣਦਿਆਂ ਕਿਤੇ ਉਹ ਖੱਡੀਆਂ ਵੇਖੀਆਂ ਹੋਣ, ਉਹਨਾਂ ਨੂੰ ਪਤਾ ਹੁੰਦਾ ਹੈ। ਉਹਦੇ ਵਿੱਚ ਜਦੋਂ ਧਾਗਾ ਪਾਉਂਦੇ ਆ, ਉਹ ਜਿਹੜੀ ਵਿੱਚ ਚਪਟੀ ਹੁੰਦੀ ਹੈ, ਉਹਦੇ ਵਿੱਚ ਇੱਕ ਬਰੀਕ ਜਿਹਾ ਛੇਕ ਹੁੰਦਾ ਹੈ। ਉਹਦੇ ਵਿੱਚ ਧਾਗਾ ਰੱਖ ਕੇ ਤੇ ਜ਼ੋਰ ਦੀ ਫੂਕ ਮਾਰਨੀ ਪੈਂਦੀ ਅਗਲੇ ਪਾਸੇ ਧਾਗਾ ਕੱਢਣ ਲਈ। ਤੇ ਕਬੀਰ ਸਾਹਿਬ ਕਹਿੰਦੇ ਮਾਂ ਜਦੋਂ ਉਹਦੇ ਵਿੱਚ ਛੇਕ ਦੇ ਵਿੱਚ ਮੈਂ ਉਹ ਧਾਗਾ ਰੱਖ ਕੇ ਫੂਕ ਮਾਰਦਾ, ਜਬ ਲਗ ਧਾਗਾ ਬਾਹੋ ਬੇਹੀ ਤਬ ਲਗ ਬਿਸਰੈ ਰਾਮ ਸਨੇਹੀ। ਉਹਦੇ ਵਿੱਚ ਜਦੋਂ ਧਾਗਾ ਰੱਖ ਕੇ ਫੂਕ ਮਾਰਦਾ ਏ, ਜਿਹੜਾ ਮੇਰਾ ਸਨੇਹੀ, ਜਿਹੜਾ ਮੇਰਾ ਸਾਥੀ ਰੱਬ ਹੈ, ਉਸ ਵੇਲੇ ਮੈਨੂੰ ਭੁੱਲ ਜਾਂਦਾ ਹੈ। ਉਹ ਇੱਕ ਸਵਾਸ ਰੱਬ ਦੇ ਨਾਂ ਤੋਂ ਬੇਅਰਥ ਚਲੇ ਜਾਂਦਾ ਹੈ। ਇਸ ਕਰਕੇ ਮਾਂ ਮੈਨੂੰ ਘਾਟਾ ਬੜਾ ਇਸ ਕੰਮ ਦੇ ਅੰਦਰ, ਉਹਨਾਂ ਦੀ ਜ਼ਿੰਦਗੀ ਦੇ ਅੰਦਰ ਇਹ ਘਾਟਾ ਹੈ। ਮੈਂ ਇੱਕ ਮਹਾਂਪੁਰਖ ਦਾ ਬਚਨ ਪੜ੍ਹਦਾ ਪਿਆ ਸੀ, ਉਹ ਕਹਿੰਦਾ ਨਾਮ ਜਪਣ ਕੋ ਜੇਬਾ ਦੀਨੀ, ਹਰ ਦਰਸ਼ਨ ਕੋ ਅੱਖੀ, ਇੱਕ ਇੱਕ ਸਵਾਸ ਅਮੋਲਕ ਜਾਂਦਾ ਹੱਥ ਨਾ ਆਵੇ ਲੱਖੀ, 24,000 ਖਰਚ ਬੰਦੇ ਦਾ ਆਮਦਨ ਮੂਲ ਨਾ ਥੀਵੈ, ਜਿਸ ਬੰਦੇ ਨੂੰ ਇਤਨਾ ਘਾਟਾ ਸੋ ਬੰਦਾ ਕਿਉਂ ਜੀਵੈ। ਕਹਿੰਦਾ ਜ਼ਬਾਨ ਦਿੱਤੀ ਸੀ ਰੱਬ ਦਾ ਨਾਮ ਜਪਣ ਵਾਸਤੇ, ਉਹਦੇ ਗੁਣ ਗਾਉਣ ਵਾਸਤੇ, ਤੇ ਹਰੀ ਦੇ ਦਰਸ਼ਨ ਕਰਨ ਵਾਸਤੇ ਅੱਖਾਂ ਦਿੱਤੀਆਂ ਸੀ, 24,000 ਬੰਦੇ ਦਾ ਖਰਚ ਸੀ, ਇਹਨੂੰ ਸਫਲ ਕਰਨਾ ਸੀ। ਤੇਰਾ 24,000 ਜ਼ਿੰਦਗੀ ਦੇ ਵਿੱਚੋਂ ਰੋਜ਼ ਦਾ ਸਵਾਸ ਘਟਦਾ ਜਾ ਰਿਹਾ ਹੈ। ਤੇ ਜਿਸ ਘਰ ਦੇ ਵਿੱਚੋਂ ਰੋਜ਼ਾਨਾ ਆਪਾਂ ਆਮ ਕਰਕੇ ਦੇਖਦੇ ਹਾਂ ਨਾ, ਆਪਾਂ ਕਹਿੰਦੇ ਵੀ ਹੁਣ ਆ ਲੋਕਡਾਊਨ ਲੱਗਾ ਸੀ ਤੇ ਤਕਰੀਬਨ ਹਰ ਬੰਦੇ ਦੀ ਆਵਾਜ਼ ਸੀ ਵੀ ਕਿਸੇ ਪਾਸਿਓਂ ਆ ਨਹੀਂ ਰਹੇ, ਖਰਚੇ ਤੇ ਚੱਲ ਹੀ ਰਹੇ ਹਨ, ਘਾਟਾ ਪੈ ਰਿਹਾ ਹੈ। ਵੀ ਅੱਗੇ ਹੁੰਦਾ ਵੀ ਬਾਹਰੋਂ ਆਸ ਹੁੰਦੀ ਸੀ ਵੀ ਬਾਹਰੋਂ ਵੀ 4 ਪੈਸੇ ਆ ਜਾਣੇ ਆ, ਤੇ ਨਾਲੋਂ ਨਾਲ ਚੱਲੀ ਜਾਂਦਾ ਸੀ ਵਧੀਆ। ਹੁਣ ਤੇ ਜਿਹੜੇ ਰੋਜ਼ ਦੇ ਰੋਜ਼ ਘਰ ਦੇ ਵਿੱਚੋਂ ਖਰਚਾ ਹੋ ਰਿਹਾ ਹੈ, ਤੇ ਜਿਹੜਾ ਘਰ ਦਾ ਖਜ਼ਾਨਾ ਉਹ ਘਟ ਰਿਹਾ ਹੈ, ਤੇ ਬਹੁਤ ਥੱਲੇ ਲੱਗ ਗਏ ਆ। ਹਰ ਬੰਦੇ ਦੀ ਆਵਾਜ਼ ਸੀ ਇਹ। ਹੁਣ ਜਿਹੜੇ ਸਰੀਰ ਦੇ ਵਿੱਚੋਂ ਰੋਜ਼ਾਨਾ 24,000 ਸਵਾਸ ਬਾਹਰ ਨੂੰ ਤੁਰੇ ਜਾ ਰਹੇ ਹੈ, ਉਹ ਰੋਜ਼ਾਨਾ ਜਿਹੜਾ ਘਾਟਾ ਪੈ ਰਿਹਾ, ਇਹਦੇ ਬਾਰੇ ਤੇ ਕਦੇ ਸੋਚਿਆ ਨਹੀਂ ਵੀ ਜ਼ਿੰਦਗੀ ਦੇ ਵਿੱਚ ਏਡਾ ਵੱਡਾ ਘਾਟਾ ਇਹ ਕਦੋਂ ਪੂਰਾ ਕਰਾਂਗੇ। ਜ਼ਿੰਦਗੀ ਰੋਜ਼ ਦੀ ਰੋਜ਼ ਘਟਦੀ ਜਾ ਰਹੀ ਹੈ। ਦਿਨ ਤੇ ਪਹਰ, ਪਹਰ ਤੇ ਘਰੀਆਂ, ਆਪ ਘਟੇ ਤਨ ਸੀਜੈ, ਕਾਲ ਅਹੇਰੀ ਫਿਰੇ ਬਦਕ ਜਿਉ, ਕਹੋ ਕਵਣ ਬਿਦ ਕੀਜੈ, ਸੋ ਦਿਨ ਆਮਨ ਲਾਗਾ, ਮਾਤ ਪਿਤਾ ਭਾਈ ਸੁਤ ਬੰਤਾ, ਕਹੋ ਕਉ ਹੈ ਕਾ ਕੋਈ ਹੈ, ਕੋਈ ਅੰਤ ਵੇਲੇ ਤੇਰੀ ਬਾਂਹ ਫੜਨ ਵਾਲਾ। ਹਜੂਰ ਪਾਤਸ਼ਾਹ ਜੀ ਬਾਬਾ ਕਬੀਰ ਸਾਹਿਬ ਕਹਿਣ ਲੱਗੇ ਮਾਂ ਇਸ ਕੰਮ ਦੇ ਵਿੱਚ ਘਾਟਾ ਬੜਾ ਏ, ਇਸ ਕਰਕੇ ਇਹ ਕੰਮ ਮੈਂ ਕਰਦਾ ਨਹੀਂ। ਓਛੀ ਮਤ ਮੇਰੀ ਜਾਤ ਜੁਲਾਹਾ, ਹਰ ਕਾ ਨਾਮ ਲਿਓ ਮੈਂ ਲਾਹਾ। ਭਾਵੇਂ ਮੇਰੀ ਅਕਲ ਥੋੜ੍ਹੀ ਹੈ ਮਾਂ, ਲੋਕਾਂ ਦੇ ਸਾਹਮਣੇ ਲੋਕ ਮੈਨੂੰ ਗੱਲਾਂ ਕਰਦੇ ਹੋਣਗੇ ਵੀ ਕਮਲਾ ਏ, ਇਹ ਕੰਮ ਕਰਨ ਨੂੰ ਇਹਦਾ ਦਿਲ ਨਹੀਂ ਕਰਦਾ। ਓਛੀ ਮਤ, ਇਹ ਥੋੜ੍ਹੀ ਅਕਲ ਵਾਲਾ ਹੈ, ਥੋੜ੍ਹੀ ਬੁੱਧੀ ਵਾਲਾ। ਜਿਹੜਾ ਕੋਈ ਕਈ ਵਾਰੀ ਆਪਾਂ ਹੁੰਦਾ ਹੈ ਨਾ, ਕੋਈ ਕਮਲਾ ਰਮੜਾ ਜਿਹਾ ਹੋਵੇ, ਰੱਬ ਦੇ ਰੰਗ ਵਿੱਚ ਰੰਗਿਆ, ਤੇ ਆਪਾਂ ਆਮ ਕਰਕੇ ਉਹਨੂੰ ਕਹਿੰਦੇ ਕਮਲਾ ਹੈ, ਜਾਂ ਕਹਿ ਦਿੰਦੇ ਸੁਦਾਈ ਹੈ। ਪਰ ਗੁਰਮੁਖਾਂ ਨੇ ਇਹਦੇ ਅਰਥ ਵੀ ਬੜੇ ਕਮਾਲ ਦੇ ਕੀਤੇ ਹੈ। ਕਮਲਾ, ਕਮਲੇ ਦੇ ਅਰਥ ਆਪਾਂ ਕਮਲਾ ਕਿਹਨੂੰ ਕਹਿੰਦੇ? ਜਿਹੜਾ ਟਾਕੀਆਂ ਚੁੱਕਦਾ ਫਿਰਦਾ ਹੋਵੇ, ਉੱਦਾਂ ਹੀ ਤੁਰਿਆ ਫਿਰਦਾ ਹੋਵੇ। ਤੇ ਗੁਰਮੁਖਾਂ ਦੀ ਨਜ਼ਰ ਦੇ ਵਿੱਚ ਕਹਿੰਦੇ ਕਮਲਾ, ਜਿਹਨੇ ਆਪਣੇ ਮਨ ਨੂੰ ਕੰਮ ਦੇ ਨਾਲ ਲਾ ਲਿਆ, ਜਿਹਨੇ ਆਪਣਾ ਮਨ ਗੁਰੂ ਸ਼ਬਦ ਵਿੱਚ ਜੋੜ ਲਿਆ, ਕੰਮ ਵਿੱਚ ਲੱਗ ਗਿਆ ਜਿਹਦਾ ਮਨ। ਤੇ ਸੌਦਾਈ, ਆਪਾਂ ਸ਼ੁਦਾਈ ਕਿਹਨੂੰ ਕਹਿੰਦੇ? ਜਿਹਦੀ ਅਕਲ ਨਾ ਹੋਵੇ। ਤੇ ਗੁਰਮੁਖਾਂ ਦੀ ਨਜ਼ਰ ਵਿੱਚ ਸ਼ੁਦਾਈ ਪਤਾ ਕਿਹਨੇ? ਸੌਦਾਈ, ਜਿਹਨੂੰ 100 ਦਾ ਆਉਂਦਾ ਹੋਵੇ।
दुनिया तो बचन वाला, वकारां तो बचन वाला, झूठ तो बचन वाला, ठगियां तो बचन वाला, जिहड़ा 100 दा जाणदा होवे गुरमुखां दी नज़र विच उहनूं कहिंदे 100 दाई, 100 दा जाणदा है। असीं कमड़ियां रमड़ियां नूं कह दिंदे आ जी पाटे कपड़े कमला लगदा है, ये गलियां 'च तुरिया फिरदा सौदाई लगदा है। पर विद्वानां ने अर्थ बड़े कमाल दे कीते इहदे। बाबा कबीर साहब कहिंदे होछी मत मेरी जात जुलाहा, भावें मैं जात दा जलाहां ते मेरा सरीका भाईचारा ये गल कहिंदा होवेगा भी इहनूं अकल नहीं हैगी, काम दे विच खट्टी ते बड़ी कमाई ते बड़ी काम करदा नहीं, पर मेरी नज़र विच घाटा है, उन्हां दी नज़र विच लाहा होवेगा। मैनूं लगदा है कि मैं जिंदगी दे विच बहुत घाटा खा रिहा है, इस करके माँ ये परिवार नूं चलाउण वास्ते इन्ना क काम करदा है। ते माँ कहिंदी भी कबीर ठीक है मन्निया तेरी गल भी तूं ये कहना घाटा है, तो इन्हां बच्चियां दे वल वेख गुजारा किवें होवेगा, वड्डे हो रहे हैं, इन्हां दे बारे भी तो सोचना, तैनूं घाटा पै रहा है, तो इन्हां अपने घाटे वास्ते बच्चियां नूं ते ना नरक विच सुट। आम करके आपां यही कहने हैं ना भी घट्टो घट्ट बच्चियां बारे तो सोचना ही चाहिए ना जिहड़े पैदा होए है। हुण बच्चे ते कबीर दे भी है दो, एक लड़की है तो एक लड़का है, पर कबीर साहब की कहिंदे है कमाला ते कमाली दो बच्चे है। कबीर साहब कहिंदे कहत कबीर सुनो मेरी माई, कहिंदे माँ आ तैनूं समझावां, तूं क्या है कि इन्हां बच्चियां दा गुजारा किवें होवेगा, इन्हां बच्चियां दा किवें अगला भविख बनेगा। आ बह मेरे कोल अज मैं तेरा ये भी मन दा शंका कढ दिना है। कहत कबीर सुनो मेरी माई, हमरा इनका दाता ये कर गुराई। कबीर साहब की नज़र दे विच कहिंदे भी माँ तेरे मन दे विच ये है भी बच्चियां दा गुजारा किवें होवेगा, साडा ते इन्हां दा दाता इक्को ही है जिहड़ा सारियां नूं पालण वाला है, ते जिन्हें पैदा कीता है उन्हें इन्हां नूं जरूर कुछ ना कुछ लिख के भेजिया होवेगा भी इन्हां दी जिंदगी विच घाटा पैना कि नफ़ा पैना है। कई बारी बाप ने बड़ी कमाई कीती हुंदी है ते पुੱਤ सारा कुछ उजाड़ के रख दिंदा है, कई बारी बाप ने सारा कुछ उजाड़िया हुंदा है, रब औलाद चंगी पैदा कर दिंदा है ते वो फिर वापस सारा कुछ ले आउंदा है। जरूरी नहीं कि जे बाप सियाणा ते गाड़ी पुੱਤ भी उन्ना ही सियाणा होवे। जे बाप चंगे काम करदा है, गुरु रामदास सच्चे पातशाह महाराज सियाणप बड़ी है, छोटे हुंदियां माँ बाप दा चढ़ाई कर जाना, पर सूझता दे नाल गुरु की सेवा दे विच लग के गुरु दे कोल आके 4 अखर पढ़ के आखिर एक दिन वो बैठा सोढ़ी पातशाह रामदास सतगुरु, पर उसे घर दे अंदर औलाद वड्डा पुत्र बाबा पिरथी चंद जिहड़ा सब तो कमीना निकलिया, जिन्हों सतगुर पातशाह ने गुरबाणी के अंदर भी समझाउण दा यतन किया। काहे पूत झगरत हों संग बाप, जिनके जने बडीरे तुम हो तिन स्यों झगरत पाप। गुरबाणी के अंदर एक पाप की गल की है, वो पाप है अपने माँ बाप दे नाल झगड़ा करना, अपने माँ बाप के अगों हथ चुकना। गुरु रामदास सच्चे पातशाह कहते पिरथी चंद जिहड़े माँ बाप ने पालिया होवे वड्डियां कीता होवे, जिनके जने बडीरे तुम हो तिन स्यों झगरत, उन्हां नाल झगड़ा करना पाप है, झगड़ा नहीं करना चाहिए। पर बाबा पिरथी चंद सारी जिंदगी विरोधता ही करता रहा, भरा की भी विरोधता प्यो की भी विरोधता करता रहा। हालांकि गुरु घर दे विच सियाणपा सी, सीखना सी, लोगों ने बाहरों आके बड़ा कुछ सीखिया, पर बाबा पिरथी चंद नहीं सीख सकिया। ते बाबा कबीर साहब कहते माँ कहत कबीर सुनो मेरी माई, हमरा इनका दाता एक रघुराई, साडा ते इन्हां दा दाता इक्को ही है जिहड़ा सारियां नूं पालण वाला परमात्मा है। इस करके माँ उस रब ते भरोसा रखना चाहिए। तो धन गुरु अर्जन साहब ने सच्चे पातशाह ने कृपा की है, कहते आगे सुख मेरे मीता, पाछे आनंद प्रभ कीता। जिहड़ा आ समा तेरे अगे आउण वाला है, इहदे